टेक्निकल आयो इत्थे मूवी बना। हाँ जी, बहुत ही सत्कारयोग बेरोजगार ईटी टैट पास अध्यापक साथियों सारिਆਂ ਨੂੰ सत श्री अकाल। वाहिगुरू जी का खालसा श्री वाहिगुरू जी की फतेह। सो साथियों ਅੱਜ ਆਪਾਂ ਨੂੰ सीएम ਸਾਹਿਬ ਦੇ ਨਾਲ ਮੀਟਿੰਗ ਮਿਲੀ ਹੋਈ ਸੀ। ਸੋ ਉਸ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਆਪਾਂ ਦਿੰਦੇ ਹਾਂ। ਸੋ ਉਸ ਤੋਂ ਪਹਿਲਾਂ ਤੁਹਾਨੂੰ ਇੱਥੋਂ ਦਾ ਆਪਣੇ ਮਾਹੌਲ ਦਿਖਾਉਂਦੇ ਹਾਂ ਜਿਹੜੇ ਸਾਥੀ ਸਾਡੇ ਘਰਾਂ 'ਚ ਬੈਠੇ ਹੋਏ ਨੇ ਕਿ ਕਿਸ ਤਰੀਕੇ ਦੇ ਨਾਲ ਹਾਈਵੇ ਤੇ ਬੈਠ ਕੇ ਆਪਣੇ ਸਾਰੇ ਸਾਥੀ ਜਿਹੜਾ ਹੈ ਉਹ ਆਪਣੀ ਹੱਕੀ ਮੰਗਾਂ ਦੇ ਲਈ ਪ੍ਰੋਟੈਸਟ ਕਰ ਰਹੇ ਨੇ। ਤੇ ਆਪਣੇ ਦੋ ਸਾਥੀ ਅਮਨ ਰਾਣਾ ਤੇ ਪਰਮਪਾਲ ਨਕੇਰੀਆਂ ਜਿਹੜੇ ਆਪਣੀ ਹੱਕੀ ਮੰਗਾਂ ਦੇ ਲਈ ਅੱਜ 6 ਦਿਨ ਹੋ ਚੱਲੇ ਨੇ ਟੈਂਕੀ ਦੇ ਡਟੇ ਹੋਏ ਨੂੰ। ਸੋ ਸਾਥੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਆਪਣੇ ਟੈਂਕੀ ਵਾਲੇ ਸਾਥੀ ਜਿਹੜੇ ਆ ਇਸ ਸਮੇਂ ਕਿੰਨੀ ਠੰਡ ਦੇ ਵਿੱਚ ਉੱਪਰ ਡਟੇ ਹੋਏ ਨੇ। ਤਾਂ ਘਰਾਂ ਦੇ ਵਿੱਚ ਬੈਠੇ ਹੋਏ ਸਾਥੀਆਂ ਨੂੰ ਅਪੀਲ ਹੈ ਕਿ ਆਪਾਂ ਇਹਨਾਂ ਸਾਥੀਆਂ ਦਾ ਸਾਥ ਜਿਹੜਾ ਦੇਣਾ ਆਪਣਾ ਬਣਦਾ ਹੈ ਕਿ ਜੇਕਰ ਉਹਨਾਂ ਦਾ ਆਪਾਂ ਸਾਥ ਦੇਵਾਂਗੇ ਤਾਂ ਜਿੱਤ ਵੀ ਜਿਹੜੀ ਹੈ ਉਹ ਆਪਾਂ ਯਕੀਨੀ ਜਿਹੜੀ ਹੈ ਉਹ ਬਣਾਵਾਂਗੇ। ਸੋ ਸਾਰੇ ਸਾਥੀਆਂ ਦਾ ਧੰਨਵਾਦ। ਆਪਣੇ ਨਾਲ ਸਾਥੀ ਦਿਨ ਰਾਤ ਜਿਹੜੇ ਖੜੇ ਹੋਏ ਆ ਇੱਥੇ ਪ੍ਰੋਟੈਸਟ ਦੇ ਵਿੱਚ। ਤਾਂ ਸਾਥੀਓ ਇਹ ਸੀਗਾ ਆਪਣਾ ਟੈਂਕੀ ਤੇ ਜਿਹੜੇ ਸਾਥੀ ਬੈਠੇ ਹੋਏ ਨੇ ਅਮਨ ਰਾਣਾ ਤੇ ਪਰਮਪਾਲ ਜੀ, ਉਹਨਾਂ ਦੇ ਜੋ ਟੈਂਕੀ ਤੇ ਬੈਠੇ ਹੋਏ ਨੇ ਤੁਹਾਨੂੰ ਦਿਖਾਇਆ ਗਿਆ ਹੈ। ਸੋ ਸਾਥੀਓ ਆਪਾਂ ਗੱਲ ਕਰੀਏ ਕਿ ਜੋ ਕੱਲ ਤੁਸੀਂ ਪ੍ਰੋਟੈਸਟ ਕਰਿਆ ਸੀਗਾ ਸੋ ਉਸ ਪ੍ਰੋਟੈਸਟ ਦੀ ਬਦੌਲਤ ਆ ਸਾਥੀ ਜੋ ਪ੍ਰੋਟੈਸਟ ਕਰਿਆ ਸੀਗਾ ਉਸ ਪ੍ਰੋਟੈਸਟ ਦੀ ਬਦੌਲਤ ਜਿਹੜਾ ਹੈ ਆਪਾਂ ਨੂੰ ਉਸ ਪ੍ਰੋਟੈਸਟ ਦੀ ਬਦੌਲਤ ਆਪਾਂ ਨੂੰ ਸੀਐਮ ਸਾਹਿਬ ਦੇ ਨਾਲ ਮੀਟਿੰਗ ਜਿਹੜੀ ਹੈ ਉਹ ਮਿਲੀ ਸੀਗੀ। ਸੋ ਤੁਸੀਂ ਸਾਰੇ ਸਾਥੀ ਜਾਣਦੇ ਹੋ ਕਿ ਆਪਣੀ ਗਿਣਤੀ ਜਿਹੜੀ ਹੈ 1500 ਤੋਂ 2000 ਦੇ ਕਰੀਬ ਜਿਹੜੀ ਹੈਗੀ ਸੀਗੀ, ਜਿੰਦੇ ਵਿੱਚ ਭੈਣਾਂ ਵੀਰ ਆਪਣੇ ਸਾਰੇ ਹੱਕੀ ਮੰਗਾਂ ਦੇ ਲਈ ਜਿਹੜੇ ਉਹ ਡਟੇ ਹੋਏ ਸੀਗੇ। ਸੋ ਤੁਸੀਂ ਬਹੁਤ ਵਧੀਆ ਐਕਸ਼ਨ ਕਰਿਆ ਸੀਗਾ ਕਿ ਸਾਰੇ ਸਾਥੀ ਆਪਣੇ ਮੋਰਿੰਡਾ ਦੇ ਵਿੱਚ ਸੀਐਮ ਦੀ ਕੋਠੀ ਦੇ ਅੱਗੇ ਜਾ ਕੇ ਜਦੋਂ ਪਹੁੰਚੇ ਬੈਰੀਕੇਡ ਚੱਕੇ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਇਹ ਜਿਹੜੇ ਬੇਰੁਜ਼ਗਾਰ ਈਟੀਟੀ ਵਾਲੇ ਨੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਕੰਟਰੋਲ ਕੀਤਾ ਜਾਵੇ। ਪਰੰਤੂ ਸਾਥੀਓ ਤੁਸੀਂ ਉਹਨਾਂ ਦੇ ਕਿਉਂਕਿ ਫੋਰਸ ਜਿਹੜੀ ਸੀਗੀ ਉਹ ਚਾਹੇ ਉੱਥੇ ਜਿੰਨੀ ਵੀ ਹੁੰਦੀ ਤਾਂ ਕੰਟਰੋਲ ਤੋਂ ਬਾਹਰ ਸੀਗੀ, ਪਰੰਤੂ ਤੁਸੀਂ ਸਟੇਟ ਕਮੇਟੀ ਦਾ ਕਹਿਣਾ ਮੰਨ ਕੇ ਤਾਂ ਤੁਸੀਂ ਉੱਥੇ ਜਦੋਂ ਬੈਠੇ ਤਾਂ ਉਸ ਸਮੇਂ ਆਪਾਂ ਨੂੰ ਜਿਹੜੀ ਹੈ ਸੀਐਮ ਸਾਹਿਬ ਦੇ ਨਾਲ ਜਿਹੜੀ ਉਹ ਮੀਟਿੰਗ ਮਿਲੀ ਸੀਗੀ। ਸੋ ਸਾਥੀਓ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰ 11 ਵਜੇ ਹੀ ਸਾਨੂੰ ਮੋਰਿੰਡਾ ਬੁਲਾਇਆ ਗਿਆ ਸੀਗਾ। ਸੋ ਉੱਥੇ 3 ਵਜੇ ਤੱਕ ਅਸੀਂ ਮੀਟਿੰਗ ਦੀ ਜਿਹੜੀ ਹੈ ਉਹ ਵੇਟ ਕਰੀ। ਐਸਐਸਪੀ ਸਾਹਿਬ, ਡੀਐਸਪੀ ਸਾਹਿਬ, ਪ੍ਰਸ਼ਾਸਨ ਦੇ ਨਾਲ ਵਾਰਤਾਲਾਪ ਜਿਹੜੀ ਹੈ ਉਹ ਸਾਡੀ ਚੱਲਦੀ ਰਹੀ, ਪਰੰਤੂ ਮੀਟਿੰਗ ਦਾ ਜਿਹੜਾ ਹੈ ਕਦੇ ਲੁਧਿਆਣਾ, ਕਦੇ ਰੋਪੜ, ਕਦੇ ਮੋਰਿੰਡਾ, ਇੱਥੋਂ ਦਾ ਹੀ ਸਾਨੂੰ ਮੈਸੇਜ ਜਿਹੜਾ ਉਹ ਮਿਲਦਾ ਰਿਹਾ ਕਿ ਤੁਹਾਡੀ ਮੀਟਿੰਗ ਜਿਹੜੀ ਹੈ ਉਹ ਅਸੀਂ ਕਰਵਾਉਂਦੇ ਹਾਂ। ਤਾਂ ਸਾਥੀਓ ਤੁਹਾਨੂੰ ਦੱਸ ਦਈਏ ਕਿ ਅੱਜ ਮੀਟਿੰਗ ਜਿਹੜੀ ਹੈ ਸਾਡੀ ਇੱਕ ਪਿੰਡ ਦੇ ਵਿੱਚ ਸਾਡੇ ਸੀਐਮ ਸਾਹਿਬ ਸਟੇਡੀਅਮ ਦਾ ਉਦਘਾਟਨ ਕਰਨ ਦੇ ਲਈ ਪਹੁੰਚੇ ਸੀਗੇ। ਸੋ ਉੱਥੇ 4:30 ਵਜੇ ਦੇ ਕਰੀਬ ਜਦੋਂ ਅਸੀਂ ਪਹੁੰਚੇ ਤਾਂ ਕਾਫੀ ਜ਼ਿਆਦਾ ਰਸ਼ ਸੀਗਾ। ਸੋ
ਕਿਤੇ ਨਾ ਕਿਤੇ ਸਰਕਾਰ ਨੇ ਆਪਾਂ ਨੂੰ ਫਿਰ ਉਹੀ ਲੋਲੀਪੋਪ, ਉਹੀ ਜੋ ਪਹਿਲਾਂ ਪਟਿਆਲੇ ਵਾਲਾ ਪ੍ਰਸ਼ਾਸਨ ਕਰਦਾ ਰਿਹਾ ਸੀਗਾ, ਆਪਣੇ ਨਾਲ ਮੀਟਿੰਗਾਂ ਦੇ ਕੇ ਸੀਐਮ ਨਾਲ ਮੀਟਿੰਗ ਤਾਂ ਮਿਲ ਗਈ, ਪਰੰਤੂ ਅਗਾ ਮੀਟਿੰਗ ਜਿਹੜੀ ਹੈ ਉਹ ਅਗਲੇ ਹੋਰ ਅਫਸਰਾਂ ਦੇ ਹਵਾਲੇ ਜਿਹੜੀ ਉਹ ਕਰ ਦਿੱਤੀ ਜਾਂਦੀ ਹੈ। ਤਾਂ ਜਦੋਂ ਅਸੀਂ ਪਹੁੰਚੇ ਤਾਂ ਸੀਐਮ ਦੇ ਨਾਲ ਮੀਟਿੰਗ ਤਾਂ ਕੀ ਹੈ, ਜਦੋਂ ਅਸੀਂ ਸੀਐਮ ਸਾਹਿਬ ਨੂੰ ਮਿਲਣ ਲਈ ਪਹੁੰਚੇ ਤਾਂ ਉੱਥੇ 5 ਮੈਂਬਰਾਂ ਦੀ ਸਾਡੀ ਜਿਹੜੀ ਉਹ ਗੱਲਬਾਤ ਹੋਈ ਸੀਗੀ। ਤਾਂ ਖਿੱਚ ਤਰੂ ਕਰਦੇ ਹੋਏ ਸਿਰਫ ਸਾਡੇ 2 ਮੈਂਬਰਾਂ ਨੂੰ ਜਿਹੜਾ ਹੈ ਉਹ ਸੀਐਮ ਦੇ ਕੋਲ ਜਦੋਂ ਲਿਜਾਇਆ ਗਿਆ ਤਾਂ ਸੀਐਮ ਸਾਹਿਬ ਸਿਰਫ ਆਪਣਾ ਮੈਮੋਰੰਡਮ ਹੀ ਪਕੜ ਕੇ ਕਹਿ ਰਹੇ ਸੀਗੇ ਕਿ ਇਹਨਾਂ ਨੂੰ ਮੈਂ ਪੜੂੰਗਾ ਤੇ ਇਹਨਾਂ ਤੇ ਮੈਂ ਵਿਚਾਰ ਕਰੂੰਗਾ। ਦੱਸੋ ਇਹ ਕੋਈ ਮੀਟਿੰਗ ਹੈ? ਕੋਈ ਕਿਸੇ ਤਰ੍ਹਾਂ ਦੀ ਮੀਟਿੰਗ ਜਿਹੜੀ ਹੈ ਉਹ ਆਪਣੀ ਬੈਠ ਕੇ ਜਿਹੜੀ ਉਹ ਮੀਟਿੰਗ ਨਹੀਂ ਹੋਈ। ਤਾਂ ਬੜੀ ਉਮੀਦ ਸੀਗੀ ਕਿ ਚਰਨਜੀਤ ਚੰਨੀ ਜਿਹੜੇ ਸਾਡੇ ਸੀਐਮ ਸਾਹਿਬ ਨੇ, ਪ੍ਰਸ਼ਾਸਨ ਦੇ ਵੱਲੋਂ ਦਿੱਤਾ ਗਿਆ ਸਮਾਂ ਜਿਹੜਾ ਹੈ ਵੀ ਉਹ ਸਾਡੀ ਬੈਠ ਕੇ ਜਿਹੜੀ ਹੈ ਸਾਡੀ ਜਿਹੜੀ ਹੈ ਮੰਗ ਹੈ, ਸਾਡਾ ਜਿਹੜਾ ਦੁੱਖ ਤਕਲੀਫ ਹੈ ਉਸ ਨੂੰ ਸੁਣਨਗੇ। ਪਰੰਤੂ ਬਹੁਤ ਹੀ ਨਿਰਾਸ਼ਾ ਤੇ ਬੜੀ ਦੁੱਖ ਵਾਲੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਚਰਨਜੀਤ ਚੰਨੀ ਜੀ ਸਾਨੂੰ ਮਿਲੇ ਆ ਕਿ ਉਹਨਾਂ ਨੇ ਸਾਡੇ ਹੱਥ ਤੋਂ ਮੰਗ ਪੱਤਰ ਤਾਂ ਲੈ ਲਿਆ, ਪਰ ਸਾਡੀ ਇੱਕ ਵੀ ਗੱਲ ਜਿਹੜੀ ਹੈ ਉਹ ਚੰਨੀ ਸਾਹਿਬ ਨੇ ਜਿਹੜੀ ਉਹ ਨਹੀਂ ਸੁਣੀ, ਕਿਉਂਕਿ ਅਣਗੌਲਿਆ ਕੀਤਾ ਗਿਆ। ਮੰਗ ਪੱਤਰ ਲੈਂਦਿਆਂ ਸਾਰੀ ਗੱਡੀ ਦੇ ਵਿੱਚ ਬੈਠ ਕੇ ਤਾਂ ਚਲੇ ਗਏ, ਇੱਕ ਵੀ ਗੱਲ ਜਿਹੜੀ ਹੈ ਉਹਨਾਂ ਨੇ ਨਹੀਂ ਸੁਣੀ। ਸੋ ਸਾਥੀਓ, ਅਸੀਂ ਜਿਹੜਾ ਸਾਡਾ ਰੋਪੜ ਦਾ ਪ੍ਰਸ਼ਾਸਨ ਹੈ, ਐਸਐਸਪੀ ਸਾਹਿਬ, ਮਰਿੰਡਾ ਤੋਂ ਡੀਐਸਪੀ ਸਾਹਿਬ ਜਿਨ੍ਹਾਂ ਨੇ ਸਾਨੂੰ ਮੀਟਿੰਗ ਦਵਾਈ ਸੀਗੀ, ਅਸੀਂ ਨਾਲ ਦੀ ਨਾਲ ਹੀ ਐਲਾਨ ਕਰ ਦਿੱਤਾ ਗਿਆ ਕਿ ਹੁਣ ਸੀਐਮ ਸਾਹਿਬ ਚਾਹੇ ਉਹ ਪੰਜਾਬ ਦੇ ਵਿੱਚ ਜਿੱਥੇ ਮਰਜ਼ੀ ਜਾਣ, ਜਿੱਥੇ ਮਰਜ਼ੀ ਕੋਨੇ 'ਤੇ ਜਾ ਕੇ ਆਪਦੀਆਂ ਸਟੇਜਾਂ ਲਾਣ, ਪਰ ਉਹਨਾਂ ਨੂੰ ਅਸੀਂ ਇੱਕ ਥਾਂ ਤੇ ਟਿਕਣ ਨਹੀਂ ਦਿਆਂਗੇ। ਜਿਵੇਂ ਪਹਿਲਾਂ ਐਜੂਕੇਸ਼ਨ ਮਿਨਿਸਟਰ ਦੀਆਂ ਅਸੀਂ ਸਟੇਜਾਂ ਭੰਗ ਕੀਤੀਆਂ ਨੇ, ਹੁਣ ਸੀਐਮ ਦੀ ਵਾਰੀ ਆ ਗਈ ਹੈ, ਕਿਉਂਕਿ ਜੋ ਸਾਡੇ ਨਾਲ ਮਜ਼ਾਕ ਕੀਤਾ ਗਿਆ ਅੱਜ ਮੀਟਿੰਗ ਦਾ ਸਮਾਂ ਦੇ ਕੇ, ਹਜੇ ਤੱਕ ਵੀ ਸਾਡੇ ਨਾਲ ਜਿਹੜਾ ਉਹ ਮਜ਼ਾਕ ਕਦੇ ਵੀ ਨਹੀਂ ਹੋਇਆ, ਕਿਉਂਕਿ ਮੀਟਿੰਗ ਦਾ ਸਮਾਂ ਦੇ ਕੇ ਤਾਂ ਅੱਜ ਪ੍ਰਸ਼ਾਸਨ ਵੀ ਭੱਜਿਆ ਤੇ ਸੀਐਮ ਸਾਹਿਬ ਇੱਕ ਸਿਰਫ ਮੈਮੋਰੰਡਮ ਲੈ ਕੇ ਤੇ ਗੱਡੀ ਦੇ ਵਿੱਚ ਬੈਠਦੇ ਹੋਏ ਚੱਲੇ। ਇੱਕ ਵੀ ਗੱਲ ਜਿਹੜੀ ਹੈ ਉਹ ਸਾਡੀ ਬੇਰੁਜ਼ਗਾਰਾਂ ਦੀ ਜਿਹੜੀ ਹੈ ਉੱਥੇ ਨਹੀਂ ਸੁਣੀ ਗਈ। ਤਾਂ ਅਸੀਂ ਅੱਜ ਲਿਖਤੀ ਦੇ ਵਿੱਚ ਵੀ ਤੇ ਫੋਨ ਰਾਹੀਂ ਵੀ ਤੇ ਮੌਕੇ ਤੇ ਹੀ ਸਾਡੇ ਕੋਲ ਐਸਐਸਪੀ ਸਾਹਿਬ ਹੈਗੇ ਸੀਗੇ, ਅਸੀਂ ਉੱਥੇ ਹੀ ਉਹਨਾਂ ਨੂੰ ਕਹਿ ਕੇ ਆਏ ਆ ਕਿ ਸੀਐਮ ਸਾਹਿਬ ਨੂੰ ਜਿੱਥੇ ਤੁਸੀਂ ਲਗਾਉਣਾ ਚਾਹੁੰਦੇ ਹੋ ਲਗਾ ਲਓ, ਪਰ ਈਟੀਟੀ ਵਾਲੇ ਜਿਹੜੇ ਬੇਰੁਜ਼ਗਾਰ ਹੈਗੇ ਨੇ ਉਹ ਇਹਨਾਂ ਦਾ ਖਹਿੜਾ ਜਿਹੜਾ ਉਹ ਨਹੀਂ ਛੱਡਣਗੇ ਜਿੰਨੀ ਦੇਰ ਤੱਕ ਸਾਡੇ ਜਿਹੜਾ ਉਹ ਹੱਕ ਨਹੀਂ ਸਾਨੂੰ ਮਿਲ ਜਾਂਦੇ। ਤਾਂ ਸਾਥੀਓ, ਇਹ ਜਿਹੜੀ ਅੰਨੀ ਬੋਲੀ ਸਰਕਾਰ ਹੈ, ਉਹ ਕੈਪਟਨ ਤੇ ਇੱਕ ਚਰਨਜੀਤ ਚੰਨੀ ਸੀਐਮ, ਇਹਨਾਂ ਦੇ ਮੈਂ ਰਾਤ ਵੀ ਤੁਹਾਨੂੰ ਗੱਲ ਕਰ ਰਿਹਾ ਸੀਗਾ ਕਿ ਚਿਹਰੇ ਜਿਹੜੇ ਆ ਉਹ ਬਦਲੇ ਆ, ਉਹੀ ਕੁਰਸੀ ਆ, ਬਿਲਕੁਲ ਡਿਟੋ ਕਾਪੀ ਜਿਹੜੀ ਹੈ ਉਹੀ ਚੱਲ ਰਹੀ ਹੈ। ਨਾ ਕੋਈ ਮੀਟਿੰਗਾਂ ਦਾ ਮਾਹੌਲ ਬਣ ਰਿਹਾ ਹੈ, ਨਾ ਕੋਈ ਐਜੂਕੇਸ਼ਨ ਮਿਨਿਸਟਰ ਗੱਲ ਸੁਣ ਰਿਹਾ ਹੈ, ਨਾ ਕੋਈ ਪ੍ਰਮੁੱਖ ਸਕੱਤਰ ਗੱਲ ਸੁਣ ਰਿਹਾ ਹੈ। ਮਾਹੌਲ ਜਿਹੜਾ ਦਿਨੋਂ ਦਿਨ ਜਿਹੜਾ ਹੈ, ਸਮਾਂ ਜਿਹੜਾ ਹੈ ਉਹ ਵਿਗੜਦਾ ਜਾ ਰਿਹਾ ਹੈ। ਆਪਣੀ ਗੱਲ ਜਿਹੜੀ ਹੈ ਉਹ ਰਤਾ ਭਰ ਜਿਹੜੀ ਉਹ ਨਹੀਂ ਸੁਣੀ ਜਾ ਰਹੀ। ਟੈਂਕੀ ਤੇ ਬੜੀ ਉਮੀਦ ਦੇ ਨਾਲ ਅੱਜ ਅਸੀਂ ਮੀਟਿੰਗ ਕਰਨ ਦੇ ਲਈ ਗਏ ਸੀਗੇ ਕਿ ਪਹਿਲੀ ਵਾਰ ਅਸੀਂ ਸੀਐਮ ਸਾਹਿਬ ਦੇ ਨਾਲ ਮੀਟਿੰਗ ਕਰਾਂਗੇ, ਜਿਹੜਾ ਸਾਡਾ ਮੰਗਾਂ ਦਾ ਪੁਖਤ ਹੱਲ ਜਿਹੜਾ ਉਹ ਜ਼ਰੂਰ ਨਿਕਲੂਗਾ। ਪਰੰਤੂ ਅਫਸੋਸ ਕਿ ਅੱਜ ਚਰਨਜੀਤ ਚੰਨੀ ਸਾਹਿਬ ਮਿਲੇ, ਸਿਰਫ 1 ਮਿੰਟ ਦੇ ਲਈ ਮਿਲੇ, ਜਿਹੜਾ ਕਿ ਉਹਨਾਂ ਨੇ ਸਾਡੇ ਕੋਲੋਂ ਮੰਗ ਪੱਤਰ ਸਿਰਫ ਲਿਆ ਤੇ ਗੱਡੀ ਵਿੱਚ ਬੈਠਦੇ ਹੋਏ ਚੱਲਦੇ ਹੋਏ। ਸੋ ਸਾਥੀਓ, ਰੈਡੀ ਹੋ ਜਾਓ। ਸਟੇਟ ਕਮੇਟੀ ਦੇ ਵੱਲੋਂ ਬਹੁਤ ਜਲਦ ਤੁਹਾਨੂੰ ਦੁਬਾਰਾ ਫਿਰ ਪ੍ਰੋਟੈਸਟ ਕਰਨ ਦੇ ਲਈ ਜਿਹੜਾ ਉਹ ਸੱਦਾ ਦਿੱਤਾ ਜਾਊਗਾ। ਉਹ ਪ੍ਰੋਟੈਸਟ ਦੇ ਵਿੱਚ ਤੁਹਾਡੀ ਬਹੁਤ ਵੱਡੀ ਜਿਹੜੀ ਆ ਸ਼ਮੂਲੀਅਤ ਸਾਨੂੰ ਚਾਹੀਦੀ ਹੈ ਹੁਣ, ਕਿਉਂਕਿ ਇਹ ਨਾ ਕੋਈ ਕਵੇ ਕਿ 1 ਦਿਨ ਦਾ 2 ਦਿਨ ਦਾ ਸਮਾਂ ਤੁਸੀਂ ਪਹਿਲਾਂ ਵੀ ਸਾਡੇ ਵੀਰਾਂ ਭੈਣਾਂ ਨੇ ਇੱਥੇ ਗੁਜ਼ਾਰਿਆ ਹੈ, ਬਹੁਤ ਵਧੀਆ ਗਿਣਤੀ ਦੇ ਵਿੱਚ ਜਿਹੜਾ ਤੁਸੀਂ ਸਮਾਂ ਇੱਥੇ ਬਤੀਤ ਕੀਤਾ, ਪਰ ਆਪਣੇ ਕੋਲ ਆਪਦੀਆਂ ਮੰਗਾਂ ਦੇ ਲਈ ਸਮਾਂ ਬਹੁਤ ਘੱਟ ਹੈ। ਇਸ ਕਰਕੇ ਪ੍ਰੋਗਰਾਮ ਵੀ ਬਹੁਤ ਜਲਦੀ ਆਪਾਂ ਜਿਹੜਾ ਉਹ ਰੱਖ ਰਹੇ ਹਾਂ। ਤਾਂ ਸਮੇਂ ਦੀ ਤਰੀਕ ਜਿਹੜੀ ਹੈ ਤੁਹਾਨੂੰ ਦੇ ਦਿੱਤੀ ਜਾਊਗੀ। ਤੁਸੀਂ ਘਰਾਂ ਦੇ ਵਿੱਚੋਂ ਆਪਣਾ ਪੂਰਾ ਪ੍ਰਬੰਧ ਕਰਕੇ ਆਇਓ। ਲੋਈ, ਕੰਬਲ ਅਤੇ ਸੂਟ
ਤੁਸੀਂ ਉਸ ਦਾ ਪ੍ਰਬੰਧ ਕਰਕੇ ਜ਼ਰੂਰ ਆਉਣਾ ਹੈ, ਕਿਉਂਕਿ ਸਰਦੀ ਜਿਹੜੀ ਹੈ ਉਹ ਵੱਧ ਚੁੱਕੀ ਹੈ। ਆਪਾਂ ਨੂੰ ਇੱਥੇ ਪਰਮਾਨੈਂਟ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਧਰਨਾ ਲਗਾਉਣਾ ਪੈ ਸਕਦਾ ਹੈ। ਤੁਹਾਡੀ ਸ਼ਮੂਲੀਅਤ ਵੱਡੀ ਹੋਣੀ ਚਾਹੀਦੀ ਹੈ ਸਾਰੇ ਸਾਥੀਆਂ ਦਾ। ਸੋ ਇੱਥੇ ਅਸੀਂ ਹੁਣ ਪੰਜਾਬ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਉਹ ਆਪਣੀ ਇੰਟੈਲੀਜੈਂਸੀ, ਆਪਦੀ ਸਿਕਿਉਰਿਟੀ ਜਿਹੜੀ ਹੈ ਉਹ ਵਧਾ ਦੇਣ, ਕਿਉਂਕਿ ਈਟੀਟੀ ਵਾਲੇ ਜਿਹੜੇ ਹੈ ਉਹ ਆਪਦੇ ਪ੍ਰੋਟੈਸਟ ਜਿਹੜੇ ਹੈ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਤੇ ਜਿਹੜਾ ਉਹ ਕਰ ਸਕਦੇ ਨੇ, ਕਿਉਂਕਿ ਇਸ ਦਾ ਭੁਗਤਾਨ ਜਿਹੜਾ ਹੈ ਉਹ ਸਰਕਾਰ ਨੂੰ ਚੁਕਾਉਣਾ ਜਿਹੜਾ ਬਹੁਤ ਔਖਾ ਹੋ ਜਾਊਗਾ। ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਉਹ ਬਿਲਕੁਲ ਜਾਇਜ਼ ਨੇ, ਸਾਡੀਆਂ ਮੰਗਾਂ ਮੰਨ ਲਿੱਤੀਆਂ ਜਾਣ, ਨਹੀਂ ਤਾਂ ਅਸੀਂ ਪਿੱਛੇ ਹਟਣ ਵਾਲੇ ਨਹੀਂਗੇ। ਕਿਉਂਕਿ ਇਹ ਪੰਜਾਬ ਦੇ ਅਸੀਂ ਵਸਨੀਕ ਆ। ਅਸੀਂ ਇਹਨਾਂ ਜਿਹੜੇ ਅੱਜ ਲੀਡਰ ਬੈਠੇ ਆ ਕੁਰਸੀਆਂ ਦੇ ਉੱਪਰ, ਜਿਹੜੇ ਸੀਐਮ ਬੈਠੇ ਆ, ਜਿਹੜੇ ਮੰਤਰੀ ਬੈਠੇ ਆ, ਜਿਹੜੇ ਐਜੂਕੇਸ਼ਨ ਮੰਤਰੀ ਬੈਠੇ ਆ, ਉਹ ਸਾਡੀਆਂ ਹੀ ਵੋਟਾਂ ਪਾਉਣ ਦੇ ਬਾਅਦ ਹੀ ਇਹਨਾਂ ਦੇ ਕੁਰਸੀਆਂ ਦੇ ਕਾਬਲ ਬਣੇ ਆ। ਸੋ ਇਹਨਾਂ ਲੋਕਾਂ ਨੂੰ, ਇਹਨਾਂ ਮਿਨਿਸਟਰਾਂ ਨੂੰ ਅਸੀਂ ਦੱਸ ਦਈਏ ਕਿ ਈਟੀਟੀ ਵਾਲੇ ਜਥੇਬੰਦੀ ਜਿਹੜੀ ਹੈ ਉਸ ਦਾ ਇਤਿਹਾਸ ਇਹ ਭਲੀ ਭਾਂਤ ਜਾਣਦੇ ਨੇ। ਜੇਕਰ ਇਹ ਤੁਹਾਨੂੰ ਨਹੀਂ ਪਤਾ ਜਾਂ ਸੀਆਈਡੀ ਇੰਟੈਲੀਜੈਂਸੀ ਨੇ ਇਹਨਾਂ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਤਾਂ ਉਹ ਇਹਨਾਂ ਕੋਲ ਪੁੱਛ ਸਕਦੇ ਨੇ ਕਿ ਈਟੀਟੀ ਵਾਲਿਆਂ ਦਾ ਇਤਿਹਾਸ ਕੀ ਹੈ। ਤੇ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਚੈਲੰਜ ਕਰਦੇ ਹਾਂ ਕਿ ਅਸੀਂ ਇੱਥੋਂ ਵਾਪਸ ਇੱਦਾਂ ਜਾਣ ਵਾਲੇ ਨਹੀਂਗੇ। ਪੰਜਾਬ ਦੇ ਹਰੇਕ ਮੰਤਰੀ ਨੂੰ ਜਿਹੜਾ ਹੈ ਉਹ ਘੇਰਿਆ ਜਾਊਗਾ, ਸਟੇਜ ਤੇ ਬੋਲਣ ਨਹੀਂ ਦਿੱਤਾ ਜਾਊਗਾ, ਉਹਨਾਂ ਦੀ ਕੋਠੀਆਂ ਦਾ ਘਰਾਵ ਕੀਤਾ ਜਾਊਗਾ, ਕਿਉਂਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਅਸੀਂ ਹਰ ਹਾਲਤ ਵਿੱਚ ਜਿਹੜਾ ਉਹ ਮਨਵਾ ਕੇ ਰਵਾਂਗੇ। ਸੋ ਸਾਥੀਓ, ਡਟ ਜਾਓ, ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿਓ ਪ੍ਰੋਟੈਸਟ ਵਿੱਚ ਪਹੁੰਚਣ ਦੀਆਂ। ਸਾਰੇ ਸਾਥੀ ਆਪਣੇ ਬੈਗ, ਕੰਬਲ, ਲੋਈਆਂ ਲੈ ਕੇ ਸਾਰੇ ਸਾਥੀ ਪਹੁੰਚਣਾ ਹੈ, ਯੂਨੀਅਨ ਦਾ ਸਾਥ ਦੇਣਾ ਹੈ। ਸਮਾਂ ਬਹੁਤ ਘੱਟ ਹੈ ਕਿ ਕੁਝ ਬੀਐਡ